देश दुनिया की हर वड्डी खबर ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਲੋਕਤੰਤਰ ਦੇ ਵਿੱਚ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹਰ ਇੱਕ ਨੂੰ ਹੀ ਹੈ, ਬਸ਼ਰਤੇ ਉਹ ਕਿ ਉਹ ਕਿਸੇ ਸਮੁਦਾਇ ਦਾ ਨੁਕਸਾਨ ਨਾ ਕਰੇ, ਕਿਸੇ ਇੱਕ ਵਰਗ ਨੂੰ ਵਰਗਲਾਵੇ ਨਾ, ਜਾਂ ਘਰ ਜਾਂ ਦੇਸ਼ ਦੇ ਵਿੱਚ ਕੋਈ ਦਫਾੜ ਪੈਦਾ ਨਾ ਹੋਵੇ। ਜਿਹੜਾ ਦੀਪ ਸਿੱਧੂ ਦਾ ਇਨਸੀਡੈਂਟ ਉਹਦੇ ਅਸੀਂ ਸ਼ੁਰੂ ਤੋਂ ਦੇਖਦੇ ਆ ਰਹੇ ਕਿ ਕਿਉਂਕਿ ਇਹ ਕੋਈ ਸਾਡਾ ਤੇ ਅੰਦੋਲਨ ਸ਼ੁਰੂ ਦੇ ਤੋਂ ਨਹੀਂ ਸੀ, ਜਥੇਬੰਦੀਆਂ ਹੀ ਚਲਾ ਰਹੀਆਂ ਸੀ, ਕਿਸਾਨ ਜਥੇਬੰਦੀਆਂ। ਤੁਸੀਂ ਦੇਖਿਆ ਜਦੋਂ ਅੰਦੋਲਨ ਸ਼ੁਰੂ ਹੁੰਦਾ ਤੇ ਉਹ ਇੱਕ ਵੱਖਰਾ ਸਟੇਜ ਲਾਉਂਦੇ ਨੇ, ਔਰ ਜਿੱਥੇ ਉਹ ਕਿਸਾਨੀ ਦੀ ਕੋਈ ਗੱਲ ਕਰਦੇ ਆ ਨਾਲ ਦੀ ਨਾਲ ਉਹ ਰਾਜ ਅਧਿਕਾਰਾਂ ਦੀ ਜਾਂ ਵੱਖਰੇ ਅਧਿਕਾਰਾਂ ਦੀ ਗੱਲ ਵੀ ਕਰਦੇ ਨੇ। ਜਿਸ ਤਰੀਕੇ ਨਾਲ ਉੱਥੇ ਹਾਲਾਤ ਬਦਲੇ ਨੇ, ਜਿਸ ਤਰੀਕੇ ਨਾਲ ਸਰਕਾਰ ਇਹਨੂੰ ਇੱਕ ਬੰਨੇ ਕਰਨਾ ਚਾਹੁੰਦੀ ਸੀ, ਇਸ ਅੰਦੋਲਨ ਨੂੰ ਇੱਕ ਪੱਖ 'ਚੋਂ ਕਰਨ 'ਚ ਕਾਮਯਾਬ ਹੋ ਗਏ ਨੇ। ਹੁਣ ਦੇਖੋ ਨਾ, ਅੱਗੇ ਜਨ ਅੰਦੋਲਨ ਬਣ ਗਿਆ ਸੀ, ਹੁਣ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕੇ ਪੈਦਾ ਹੋ ਗਏ ਨੇ ਵੀ ਇਹ ਜਿਹੜਾ ਸਮਰਥਨ ਸੀ ਉਹਨਾਂ ਨੂੰ, ਇਹ ਸਰਕਾਰ ਚਾਹੁੰਦੀ ਕਿ ਇੱਕ ਵਰਗ ਦਾ ਅੰਦੋਲਨ ਸਾਬਤ ਕਰ ਦਿੱਤਾ ਜਾਵੇ। ਹੁਣ ਦੀਪ ਸਿੱਧੂ ਵੀ ਉਹੀ ਮੰਗਦੇ ਸੀ ਕਿ ਸਾਨੂੰ ਵੱਖਰੀ ਹੋਣ ਦੀ ਗੱਲ ਕਰਦੇ ਸੀ। ਉਹ 'ਚ ਜਿੰਨੇ ਵੀ ਜਾਤ ਧਰਮਾਂ ਨਾਲ ਸੰਬੰਧਿਤ ਆ ਉਹਨਾਂ ਦੀ ਸਾਰਿਆਂ ਦੀ ਇੱਜ਼ਤ ਰੱਖਦੇ ਹੋਏ, ਉਹਨਾਂ ਸਭਨਾਂ ਦੇ ਨਾਲ ਤਾਲਮੇਲ ਬਣਾਉਂਦੇ ਹੋਏ ਇਹ ਐਜੀਟੇਸ਼ਨ ਵਿਸ਼ਾਲ ਕਰਨਾ ਪਊ, ਪੂਰੇ ਹਿੰਦੁਸਤਾਨ 'ਚ ਕਰਨਾ। ਦੀਪ ਸਿੱਧੂ ਜਿਹੜਾ ਕਿ ਦਿੱਲੀ ਪੁਲਿਸ ਦੇ ਰਿਮਾਂਡ ਤੇ ਹੈ, ਲਗਾਤਾਰ ਪੁੱਛਗਿੱਛ ਹੋ ਰਹੀ ਹੈ, ਕਿਹਦੇ ਨਾਲ ਕੰਟੈਕਟ ਸੀਗੇ, ਕਿਹਦੇ ਨਾਲ ਮੁਲਾਕਾਤਾਂ ਹੋ ਰਹੀਆਂ ਸੀ, ਫੰਡਿੰਗ ਤੋਂ ਲੈ ਕੇ ਹਰ ਇੱਕ ਚੀਜ਼ ਦਾ ਹੀ ਇੱਕ ਚੀਜ਼ ਪੁੱਛਗਿੱਛ ਚੱਲ ਰਹੀ ਹੈ। ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਕੁਝ ਲੋਕ ਜਿਹੜੇ ਨੇ, ਕੁਝ ਬਾਹਰ ਦੇ ਲੋਕ ਜਿਹੜੇ ਨੇ, ਉਹ ਉਹਦੀ ਸਪੋਰਟ ਦੇ ਵਿੱਚ ਵੀ ਖੜੇ ਹੋ ਗਏ ਨੇ, ਕੁਝ ਅਗੇਂਸਟ ਦੇ ਵਿੱਚ ਨੇ। ਮੇਰੇ ਨਾਲ ਇਸ ਵਕਤ ਸਾਂਸਦ ਗੁਰਜੀਤ ਔਜਲਾ ਨੇ। ਪੂਰੇ ਮਾਮਲੇ 'ਤੇ ਗੱਲਬਾਤ ਕਰਾਂਗੇ ਕਿਉਂਕਿ ਕਾਫੀ ਸੈਂਸਿਟਿਵ ਮਾਮਲਾ ਹੈ ਤੇ ਇਹਨੂੰ ਲੈ ਕੇ ਸੰਸਦ ਦੇ ਵਿੱਚ ਵੀ ਕਈ ਗੱਲਾਂ ਹੁੰਦੀਆਂ ਨੇ, ਸਭ ਕੁਝ ਹੁੰਦਾ ਹੈ। ਔਜਲਾ ਸਾਹਿਬ, ਜਿਸ ਤਰ੍ਹਾਂ ਤੁਸੀਂ ਸਾਰਾ ਦੇਖਿਆ, ਪੁਲਿਸ ਵੀ ਪੁੱਛਤਾਛ ਕਰ ਰਹੀ ਹੈ, ਕਈ ਕਹਿ ਰਹੇ ਨੇ ਕਿ ਹੁਣ ਅਸਲੀ ਚੀਜ਼ ਪਤਾ ਲੱਗੇਗੀ ਕਿ ਉਹ ਕਿਹਦੇ ਨੁਕਸਾਨ ਤੋਂ ਗਿਆ, ਕਿਆ ਹੋਇਆ। ਪਰ ਇੱਕ ਸੋਸ਼ਲ ਮੀਡੀਆ ਜਿਸ ਤਰ੍ਹਾਂ ਸਪੋਰਟ ਵੀ ਮਿਲ ਰਹੀ ਹੈ, ਕਈ ਲੋਕ ਨਖੇਦੀ ਵੀ ਕਰ ਰਹੇ ਨੇ, ਤੁਸੀਂ ਕਿਸ ਤਰ੍ਹਾਂ ਦੇਖਦੇ? ਪਹਿਲੀ ਗੱਲ ਤੇ ਹੈ ਕਿ ਜੀ ਦੇਖੋ, ਲੋਕਤੰਤਰ ਦੇ ਵਿੱਚ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹਰ ਇੱਕ ਨੂੰ ਹੀ ਹੈ, ਬਸ਼ਰਤੇ ਉਹ ਕਿ ਉਹ ਕਿਸੇ ਸਮੁਦਾਇ ਦਾ ਨੁਕਸਾਨ ਨਾ ਕਰੇ, ਕਿਸੇ ਇੱਕ ਵਰਗ ਨੂੰ ਵਰਗਲਾਵੇ ਨਾ, ਜਾਂ ਘਰ ਜਾਂ ਦੇਸ਼ ਦੇ ਵਿੱਚ ਕੋਈ ਦਫਾੜ ਪੈਦਾ ਨਾ ਹੋਵੇ। ਸੋ ਜਿਹੜਾ ਦੀਪ ਸਿੱਧੂ ਦਾ ਇਨਸੀਡੈਂਟ ਉਹਦੇ ਅਸੀਂ ਸ਼ੁਰੂ ਤੋਂ ਦੇਖਦੇ ਆ ਰਹੇ ਕਿ ਕਿਉਂਕਿ ਇਹ ਕੋਈ ਸਾਡਾ ਤੇ ਅੰਦੋਲਨ ਸ਼ੁਰੂ ਦੇ ਤੋਂ ਨਹੀਂ ਸੀ, ਜਥੇਬੰਦੀਆਂ ਹੀ ਚਲਾ ਰਹੀਆਂ ਸੀ, ਕਿਸਾਨ ਜਥੇਬੰਦੀਆਂ। ਤੁਸੀਂ ਦੇਖਿਆ ਜਦੋਂ ਅੰਦੋਲਨ ਸ਼ੁਰੂ ਹੁੰਦਾ ਤੇ ਉਹ ਇੱਕ ਵੱਖਰਾ ਸਟੇਜ ਲਾਉਂਦੇ ਨੇ, ਔਰ ਜਿੱਥੇ ਉਹ ਕਿਸਾਨੀ ਦੀ ਕੋਈ ਗੱਲ ਕਰਦੇ ਆ ਨਾਲ ਦੀ ਨਾਲ ਉਹ ਰਾਜ ਅਧਿਕਾਰਾਂ ਦੀ ਜਾਂ ਵੱਖਰੇ ਅਧਿਕਾਰਾਂ ਦੀ ਗੱਲ ਵੀ ਕਰਦੇ ਨੇ। ਸੋ ਉਹ ਪੱਖ ਕਿਤੇ ਮੇਰਾ ਖਿਆਲ ਜਥੇਬੰਦੀਆਂ ਨੂੰ ਵੀ ਇੰਝ ਲੱਗਦਾ ਹੈ ਕਿ ਸਾਡਾ ਅੰਦੋਲਨ ਜਿਹੜਾ ਸਾਡਾ 3 ਕ੍ਰਿਸ਼ੀ ਅਧਿਕਾਰਾਂ ਨੂੰ ਲੈ ਕੇ ਅੰਦੋਲਨ ਹੈ, ਖੇਤੀ ਅਧਿਕਾਰਾਂ ਨੂੰ, ਕਾਨੂੰਨਾਂ ਤੋਂ ਲੈ ਕੇ, ਹੋਰ ਸਾਡੀ ਇੱਥੇ ਕੋਈ ਨਾ ਗੱਲ ਹੋਵੇ ਜ਼ਿਆਦਾ ਬੈਟਰ ਹੈ। ਕਿਉਂਕਿ ਉਹ ਸਮਝਦੇ ਆ ਕਿ ਇਹ ਦੇਸ਼ ਦੇ ਵਿੱਚ ਜਦੋਂ ਆਪਾਂ ਬਹੁਤ ਭਾਸ਼ੀ ਦੇਸ਼ ਆ, ਬਹੁਤ ਜਾਤਾਂ ਵਾਲਾ ਦੇਸ਼ ਆ, ਇਹਦੀ ਇੱਕ ਖੂਬਸੂਰਤੀ ਆ। ਇਹਦੇ ਵਿੱਚ ਆਪਾਂ ਕਿਸੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਵਰਗ ਵਿਸ਼ੇਸ਼ ਦੀ ਗੱਲ ਕਰਾਂਗੇ ਤੇ ਸਾਡਾ ਜਿਹੜਾ ਖੇਤੀ ਕਿੱਤਾ ਆ, ਇਹ ਸਾਂਝਾ ਕਿੱਤਾ ਆ। ਇਹਦੇ ਤੇ ਕਿਤੇ ਨਾ ਕਿਤੇ ਜਿਹੜੀ ਰੰਗਤ ਆ ਉਹ ਗਲਤ ਦਿੱਤੀ ਜਾ ਸਕਦੀ ਹੈ। ਸਰਕਾਰਾਂ ਕਿਉਂਕਿ ਮੌਜੂਦਾ ਨੇ, ਉਹਨਾਂ ਨੇ ਫਿਰ ਉਹੀ ਕੁਛ ਕਰਨਾ। ਜਿਸ ਤਰੀਕੇ ਨਾਲ ਤੁਸੀਂ ਵੇਖਿਆ ਹੀ ਹੈ ਕਿ 26 ਤੋਂ ਬਾਅਦ ਜਿਸ ਤਰੀਕੇ ਨਾਲ ਉੱਥੇ ਹਾਲਾਤ ਬਦਲੇ ਨੇ, ਜਿਸ ਤਰੀਕੇ ਨਾਲ ਸਰਕਾਰ ਇਹਨੂੰ ਇੱਕ ਬੰਨੇ ਕਰਨਾ ਚਾਹੁੰਦੀ ਸੀ, ਇਸ ਅੰਦੋਲਨ ਨੂੰ ਇੱਕ ਪੱਖ 'ਚੋਂ ਕਰਨ 'ਚ ਕਾਮਯਾਬ ਹੋ ਗਏ ਨੇ। ਹੁਣ ਦੇਖੋ ਨਾ, ਅੱਗੇ ਜਨ ਅੰਦੋਲਨ ਬਣ ਗਿਆ ਸੀ, ਹੁਣ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕੇ ਪੈਦਾ ਹੋ ਗਏ ਨੇ ਵੀ ਇਹ ਜਿਹੜਾ ਸਮਰਥਨ ਸੀ ਉਹਨਾਂ ਨੂੰ, ਇਹ ਸਰਕਾਰ ਚਾਹੁੰਦੀ ਕਿ ਇੱਕ ਵਰਗ ਦਾ ਅੰਦੋਲਨ ਸਾਬਤ ਕਰ ਦਿੱਤਾ ਜਾਵੇ। ਹੁਣ ਦੀਪ ਸਿੱਧੂ ਵੀ ਉਹੀ ਮੰਗਦੇ ਸੀ ਕਿ ਸਾਨੂੰ ਵੱਖਰੀ ਹੋਣ ਦੀ ਗੱਲ ਕਰਦੇ ਸੀ। ਸੋ ਕਿਤੇ ਨਾ ਕਿਤੇ ਜਿਹੜਾ ਇਹ 26 ਵਾਲਾ ਹੋਇਆ, ਇਹਦਾ ਸਿੱਧੇ ਤੌਰ ਤੇ ਫਾਇਦਾ ਜਿਹੜਾ ਆ ਉਹ ਸਰਕਾਰ ਨੂੰ ਹੋਇਆ, ਜਾਂ ਉਹਨਾਂ ਲੋਕਾਂ ਨੂੰ ਜਿਹੜੇ ਹੋ ਸਕਦਾ ਕਿ ਇਸ ਅੰਦੋਲਨ ਤੋਂ ਖੁਸ਼ ਨਾ ਹੋਣ। ਸੋ ਜਿਹੜਾ ਦੀਪ ਸਿੱਧੂ ਵਾਲੀ, ਜਿੱਦਾਂ ਹੁਣ ਜੇ ਹੁਣ ਆਪਾਂ ਇੰਡੀਆ ਦੀ ਗੱਲ ਕਰੀਏ, ਤੁਸੀਂ ਹੁਣ ਦੇਖੋ ਕਿ ਇੰਡੀਆ ਦੇ ਵਿੱਚ ਕੋਈ ਕੋਨਾ ਨਹੀਂ ਹੋਣਾ ਜਿੱਥੇ ਸਰਦਾਰ ਨਹੀਂ ਵਸੇ, ਪੰਜਾਬੀ ਨਹੀਂ ਵਸੇ। ਸਰਦਾਰ ਤੋਂ ਵੀ ਅੱਗੇ ਮੈਂ ਭਾਸ਼ਾ ਵਰਤਾਂ ਕਿ ਪੰਜਾਬੀ ਨਹੀਂ ਵਰਤੀ, ਕਿਉਂਕਿ ਪੰਜਾਬ ਦੇ ਵਿੱਚ ਵੀ ਸਾਰੀ ਜਾਤਾਂ, ਸਾਰੇ ਧਰਮਾਂ ਦੇ ਲੋਕ ਨੇ। ਹੁਣ ਅਸੀਂ ਇੱਥੇ ਬੈਠੇ ਆ, ਮੇਰੇ ਤੋਂ ਹੋਰ ਵੀ ਸਿਆਣੇ ਤੁਹਾਡੇ ਮਾਧਿਅਮ ਰਾਹੀਂ ਮੈਂ ਕਹਿੰਦਾ, ਤੁਹਾਡੇ ਚੈਨਲਾਂ ਰਾਹੀਂ ਵੀ ਤੁਹਾਨੂੰ ਖਬਰ ਪਤਾ ਲੱਗਦੀ ਹੋਊ ਵੀ ਕਦੀ ਕਿਤੇ ਕੋਈ ਇਹੋ ਜਿਹੀ ਗੱਲ ਸਾਨੂੰ ਆ ਕੇ ਨਹੀਂ ਗਈ ਕਿ ਸਾਨੂੰ ਇੱਥੇ ਤੰਗ ਪਰੇਸ਼ਾਨੀ ਹੁੰਦੀ ਆ। ਸਾਰੀਆਂ ਸਟੇਟਾਂ ਦੇ ਵਿੱਚ ਕੋਈ ਕਿਸੇ ਵਰਗ ਤੋਂ ਪਰੇਸ਼ਾਨੀ ਹੋਊਗੀ। ਹਾਂ, ਨਿੱਕਾ ਮੋਟੇ ਝਗੜੇ ਹਰ ਸਟੇਟ 'ਚ ਹੁੰਦੇ ਨੇ, ਹਰ ਦੇਸ਼ 'ਚ ਹੁੰਦੇ ਨੇ। ਉਹ ਸਰਦਾਰਾਂ ਦੇ ਕਹਿ ਲਓ, ਹਿੰਦੂਆਂ ਦੇ ਕਹਿ ਲਓ, ਮੁਸਲਮਾਨਾਂ ਦੇ ਕਹਿ ਲਓ, ਉਹ ਬਾਹਰ ਵੀ ਹੈਗੇ ਨੇ, ਉਹ ਬਾਹਰਲੇ ਦੇਸ਼ਾਂ 'ਚ ਵੀ ਹੁੰਦੇ। ਬਾਹਰਲੇ ਦੇਸ਼ਾਂ 'ਚ ਵੀ ਸਾਡੇ ਕਈ ਵਾਰੀ ਸਰਦਾਰਾਂ ਦੇ ਗਲ ਪਏ ਨੇ, ਕਈ ਵਾਰੀ ਉਹਨਾਂ ਨਸਲੀ ਵਿਤਕਰੇ ਉੱਥੇ ਵੀ ਹੋ ਜਾਂਦੇ ਸ਼ਿਕਾਰ, ਇੱਥੇ ਵੀ ਹੁੰਦੇ, ਹਿੰਦੂ ਵੀ ਹੁੰਦੇ ਨੇ, ਉਹਦੇ ਮੁਸਲਮਾਨ ਵੀ ਹੁੰਦੇ ਨੇ, ਇਹਨਾਂ ਚੀਜ਼ਾਂ ਦੇ। ਪਰ ਉਹ ਜਿਹੜੇ ਕਦੀ ਸਾਨੂੰ ਆ ਕੇ ਕਿਸੇ ਨੇ ਇਹ ਨਹੀਂ ਕਿਹਾ ਅਸੀਂ ਦਿੱਲੀ ਦੇ ਵਿੱਚ ਦੁਖੀ ਆ, ਸਾਨੂੰ ਪਰੇਸ਼ਾਨ ਆ। ਠੀਕ ਆ ਕਿ 84 ਦਾ ਬਹੁਤ ਮਾੜਾ ਸਮਾਂ ਵਾਪਰਿਆ ਸੀ, ਉਸ ਤੋਂ ਬਾਅਦ ਜਿਹੜੀ ਆ ਕੋਈ ਇਹੋ ਜਿਹੇ ਹਾਲਾਤ ਜਿਹੜੇ ਆ ਕਿਤੇ ਵੀ ਦੇਸ਼ 'ਚ ਨਹੀਂ। ਸਰਦਾਰ ਬੜੇ ਵਧੀਆ ਫਾਰਮ ਬਣਾਏ ਨੇ, ਬੜੇ ਵੱਡੇ ਬਿਜ਼ਨਸ ਨੇ। ਹੁਣ ਕਿਉਂਕਿ ਮੈਂ ਮੈਂਬਰ ਪਾਰਲੀਮੈਂਟ ਤੌਰ 'ਤੇ ਪਾਰਟੀ ਵੱਲੋਂ ਕਈ ਵਾਰੀ ਕਈ ਸਟੇਟਾਂ 'ਚ ਜਾਣ ਦਾ ਮੌਕਾ ਮਿਲਿਆ, ਪਰ ਕਿਤੇ ਵੀ
ਕਿਤੇ ਵੀ ਸਾਨੂੰ ਇਹ ਚੀਜ਼ ਨਹੀਂ ਦਿਖੀ ਵੀ ਸਰਦਾਰਾਂ ਸਾਨੂੰ ਕਿਹਾ ਹੋਵੇ ਸਾਡੀ ਯਾਰ ਬਹੁਤ ਪਰੇਸ਼ਾਨੀ। ਹਾਂ, ਇੱਕਾ ਦੁੱਕਾ ਚੀਜ਼ਾਂ ਨੂੰ ਛੱਡ ਕੇ ਉਹ ਕਿਤੇ ਵੀ ਹੋ ਸਕਦੀਆਂ, ਕਿਤੇ ਕਈ ਜਗ੍ਹਾ ਤੇ ਅਸੀਂ ਵੀ ਗਲਤ ਹੁੰਨੇ ਆ, ਪਰ ਉਹ ਜੇ ਅਸੀਂ ਇਹ ਵੇਖ ਲੈਂਦੇ ਕਿ ਸ਼ਾਇਦ ਸਰਦਾਰ ਹੋਇਆ। ਸੋ ਇਹ ਜਿਹੜੀ ਚੀਜ਼ ਕਿਤੇ ਦੇਸ਼ 'ਚ ਹੈ ਨਹੀਂ। ਤੇ ਆਪਾਂ ਜਿੱਥੇ ਬਹੁਤਾਤ ਦੇ ਵਿੱਚ ਆ, ਜਿੱਥੇ ਸਾਡਾ ਮੁੱਖ ਮੰਤਰੀ ਵੀ ਆਪਣਾ ਬਣਦਾ, ਸਾਰਾ ਕੁਝ ਹੀ ਆਪਣਾ ਹੁੰਦਾ, ਜਿੱਥੇ ਆਪਾਂ ਮਤਲਬ ਆਬਾਦੀ ਵੀ ਜ਼ਿਆਦੀ ਆ, ਉੱਥੇ ਇਹ ਗੱਲ ਉੱਠੇ ਉਹਦਾ ਕਿਤੇ ਨਾ ਕਿਤੇ ਜਿਹੜੇ ਸਾਡੇ ਐਂਟੀ ਨੈਸ਼ਨਲ ਕਹਿ ਲਓ ਕਿ ਕੋਈ ਤੱਤ ਹੁੰਦੇ ਨੇ, ਉਹਨਾਂ ਨੂੰ ਇਹਦਾ ਪੈਦਾ ਹੋ ਸਕਦਾ, ਸਾਨੂੰ ਨਹੀਂ ਹੋ ਸਕਦਾ। ਸਾਡਾ ਹੁਣ ਥਾਂ ਥਾਂ ਤੇ ਯੂਪੀ ਦੇਖੋ, ਸਾਡੇ ਸੈਂਕੜੇ ਏਕੜ ਦੇ ਫਾਰਮ ਨੇ। ਕਿਹੜੀ ਸਟੇਟ ਆ ਜਿੱਥੇ ਅਸੀਂ ਨਹੀਂ ਹੈਗੇ? ਔਰ ਵੱਡੇ ਬਿਜ਼ਨਸ ਨੇ, ਔਰ ਕੱਲੇ ਉੱਥੇ ਸਾਡੀ ਆਬਾਦੀ ਬੜੀ ਥੋੜੀ ਹੈ, ਪਰ ਸਾਨੂੰ ਕਦੀ ਕਿਸੇ ਨੇ ਕਿਹਾ ਨਹੀਂ ਤੰਗੀ ਪੇਸ਼ੀ ਆ। ਹਾਂ, ਇੱਕਾ ਦੁੱਕਾ ਚੀਜ਼ ਉਹਦੀ ਵੀ ਤੁਸੀਂ ਜੜ ਤੱਕ ਜਾਓਗੇ ਤੇ ਕਈ ਵਾਰੀ ਝਗੜੇ ਜਿਹੜੇ ਨੇ ਉਹ ਕਈ ਹੋਰ ਪੱਖ ਲਿਆ ਹੁੰਦਾ ਤੇ ਉਹਨੂੰ ਜਿਹੜਾ ਰੰਗਤ ਹੈ ਉਹ ਸਾਡੀ ਦਿੱਤੀ ਜਾਂਦੀ ਹੈ। ਸੋ ਮੈਂ ਤੇ ਇਹ ਕਹੂੰਗਾ ਕਿ ਇਹ ਇਸ ਵੇਲੇ ਕਿਸਾਨੀ ਦਾ ਮੁੱਦਾ ਸੀ, ਕਿਸਾਨੀ ਮੁੱਦੇ ਤੱਕ ਹੀ ਰਹਿਣਾ ਚਾਹੀਦਾ। ਹੁਣ ਬੜੀ ਮੁਸ਼ਕਲ ਦੇ ਨਾਲ ਫਿਰ ਟਕੈਤ ਹੋਣਾ ਨੂੰ ਸਮਰਥਨ ਨਾ ਮਿਲਦਾ ਤੇ ਮੈਨੂੰ ਨਹੀਂ ਪਤਾ ਵੀ ਇਹ ਕਿੱਧਰ ਨੂੰ ਪੱਖ ਚਲੇ ਜਾਂਦਾ, ਕਿੱਧਰ ਨੂੰ ਇਹਦੀ ਰੰਗਤ ਮਿਲਦੀ। ਔਰ ਮਨ ਦਹਿਲ ਗਏ ਸੀ ਇੱਕ ਵਾਰੀ, ਕਿਉਂਕਿ ਜਿਹੜੀ ਚੀਜ਼ ਦੁਸ਼ਮਣ ਸਾਡਾ ਚਾਹੁੰਦਾ ਕਿ ਇਹ ਇੱਥੇ ਕੋਈ ਇਹੋ ਜਿਹੀ ਚੀਜ਼ ਘਟਨਾ ਵਾਪਰੇ, ਉਧਰ ਨੂੰ ਮੋੜ ਇੱਕ ਵਾਰੀ ਲਿਆ ਗਿਆ ਸੀ। ਪਰ ਟਕੈਤ ਦਾ ਨਾਲ ਜਿਹੜੇ ਜੁੜੇ ਲੋਕ ਨੇ, ਜਿਹੜੇ ਕਿਸਾਨ ਨੇ, ਧੰਨਵਾਦ ਹੈ ਕਿ ਉਹਨਾਂ ਨੇ ਇੱਕ ਵੱਡਾ ਅੰਦੋਲਨ ਉਹਨਾਂ ਨੇ ਰੂਪ ਦਿੱਤਾ ਕਿ ਨਹੀਂ, ਇਹ ਜਿਹੜਾ ਗੋਦੀ ਮੀਡੀਆ ਦਿਖਾ ਰਿਹਾ ਇਹਦੇ ਤੋਂ ਵੱਖਰਾ ਸਰੂਪ ਹੈਗਾ ਇਹਦਾ, ਇਹ ਚੀਜ਼ ਨਹੀਂ ਹੈਗੀ। ਇਹ ਜਿਹੜਾ ਇੱਕ ਵੱਖਵਾਦੀ ਕਹਿੰਦੇ, ਆਤੰਕਵਾਦੀ ਕਹਿੰਦੇ, ਮੈਕਸਲਾਈਟ ਖਾਲਿਸਤਾਨੀ, ਉਹ ਨਹੀਂ ਹੈਗਾ, ਇਹ ਕਿਸਾਨੀ ਦੀ ਲੜਾਈ ਹੈ। ਕੌਣ ਲੋਕ ਨੇ ਜਿਹੜੇ ਕਿ ਤੁਹਾਨੂੰ ਲੱਗ ਰਿਹਾ ਕਿ ਇਸ ਤਰ੍ਹਾਂ ਚੀਜ਼ਾਂ ਹੋ ਰਹੀਆਂ, ਛੋਟੀ ਮੋਟੀ ਗੱਲਾਂ ਹੁੰਦੀਆਂ ਉਹਨੂੰ ਵੱਡਾ ਬਣਾ ਦਿੱਤਾ ਜਾਂਦਾ, ਕੁਝ ਕਰ ਦਿੱਤਾ ਜਾਂਦਾ? ਦੇਖੋ, ਕੁਝ ਲੋਕ ਤੇ ਉਹ ਹੁੰਦੇ ਜਿਹੜੇ ਕਈ ਵਾਰੀ ਉਹਨਾਂ ਦਾ ਪੱਖ ਹੁੰਦਾ ਕਿ ਉਹ ਕੱਟੜਵਾਦਤਾ ਨਾਲ ਜ਼ਿਆਦਾ ਜੁੜੇ ਹੁੰਦੇ। ਕਿਸੇ ਵੀ ਧਰਮ ਦੇ ਵਿੱਚ ਕੱਟੜਵਾਦਤਾ ਨਹੀਂ ਚੰਗੀ। ਤੁਸੀਂ ਕੋਈ ਵੀ ਮੁਲਕ ਲੈ ਲਓ, ਚਾਹੇ ਮੁਸਲਿਮ ਕੰਟਰੀ ਕੋਈ ਇਹੋ ਜਿਹਾ ਲੈ ਲਓ, ਤੁਹਾਨੂੰ ਉੱਥੇ ਵੀ ਨਹੀਂ ਚੰਗਾ ਜੀਵਨ ਪੱਧਰ ਮਿਲਦਾ। ਕਿਉਂਕਿ ਅੱਜ ਜੇ ਸਾਡੇ ਬੱਚੇ ਬਾਹਰ ਗਏ ਨੇ ਜਾਂ ਸਾਡੇ ਭਰਾ ਬਾਹਰ ਗਏ ਨੇ ਜਾਂ ਲੋਕ ਬਾਹਰ ਜਾ ਕੇ ਵਸੇ ਨੇ, ਉਹ ਕੱਟੜਵਾਦਤਾ ਦੇ ਸਿਰ ਤੇ ਨਹੀਂ ਵਸੇ। ਉਹ ਵੇਖੋ ਉੱਥੇ ਜਾ ਕੇ ਅਸੀਂ ਕੁਛ ਵੀ ਨਹੀਂ ਗਏ, ਬਹੁਤ ਛੋਟੀ ਆਬਾਦੀ ਹੈ ਸਾਡੀ। ਤੇ ਸਾਡੇ ਕਿੰਨੇ MP ਜਿਹੜੇ ਕੈਨੇਡਾ 'ਚ ਬਣੇ ਨੇ, ਉਹ ਸਿੱਖ ਕਰਕੇ ਥੋੜ੍ਹਾ ਨਾ ਬਣੇ, ਉਹ ਇਸ ਕਰਕੇ ਬਣੇ ਵੀ ਉਹਨਾਂ ਨੇ ਚੰਗਾ ਕੰਮ ਕੀਤਾ, ਚੰਗੀ ਵਿਚਾਰਧਾਰਾ ਰੱਖੀ। ਪਰ ਜੇ ਉਹ ਕਹਿ ਦੇਣ, ਕੱਲ੍ਹ ਨੂੰ ਕਹਿ ਕੇ ਵਿਖਾਉਣਾ ਕਿ ਅਸੀਂ ਸਿੱਖ ਹੈ, ਸਾਨੂੰ ਵੋਟ ਪਾਓ, ਕੋਈ ਪਾਏਗਾ? ਨਹੀਂ ਪਾਏਗਾ। ਅੱਜ ਉਹ ਲੋਕ ਸਮਰਥਨ ਕਰਨ ਦੇ ਨੇ ਜਿਨ੍ਹਾਂ ਨੇ ਇੱਥੇ ਆਉਣਾ ਨਹੀਂ, ਜਿਨ੍ਹਾਂ ਦਾ ਬਹੁਤ ਵੱਡਾ ਵਾਸਤਾ ਨਹੀਂ ਹੈਗਾ, ਉਹਨਾਂ ਦੀ ਉੱਥੇ ਬਹੁਤ ਵਧੀਆ ਸੈਟਅਪ ਹੈ। ਪਰ ਮੈਨੂੰ ਨਹੀਂ ਇੱਕ ਗੱਲ ਸਮਝ ਆਉਂਦੀ ਕਿ ਦੇਖੋ, ਇਸ ਵਧੀਆ ਕੰਟਰੀਆਂ 'ਚ ਰਹਿ ਕੇ ਜਿੱਥੇ ਕੋਈ ਵੀ ਮਤਲਬ ਕੱਟੜਵਾਦਤਾ ਨਹੀਂ ਹੈਗੀ, ਉੱਥੇ ਕਦੀ ਕਿਸੇ ਨੇ ਕਿਹਾ ਵੀ ਤੁਸੀਂ ਕ੍ਰਿਸਚਨ ਧਰਮ ਅਪਣਾਓਗੇ ਤੇ ਫਿਰ ਸਿਟੀਜ਼ਨਸ਼ਿਪ ਦੇਣੀ ਹੈ, ਜਾਂ ਤੁਸੀਂ ਕੋਈ ਇਹੋ ਜਿਹਾ ਕੰਮ ਕਰੋਗੇ ਜਿਹਦੇ ਨਾਲ ਤੁਹਾਨੂੰ ਇੰਝ ਲੱਗੇ ਵੀ ਉਹ ਤੁਹਾਡੇ ਤੇ ਹੈਵੀ ਹੁੰਦੇ ਨੇ। ਉਹ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ, ਮਨੁੱਖੀ ਅਧਿਕਾਰਾਂ ਦੀ ਗੱਲ ਇੱਥੇ ਵੀ ਹੁੰਦੀ ਹੈ। ਸੋ ਉਹ ਮੁਲਕਾਂ ਦੇ ਵਿੱਚ ਜਾ ਕੇ ਵਸ ਕੇ ਅਸੀਂ ਨਫ਼ਰਤ ਫੈਲਾਵਾਂਗੇ। ਅਸੀਂ ਤਾਂ ਬਾਬੇ ਨਾਨਕ ਜੀ ਦੀ ਬਾਣੀ ਤੋਂ ਵੀ ਪਿੱਛੇ ਜਾ ਰਹੇ ਹਾਂ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਮਤਲਬ ਸੈਕੂਲਰਿਜ਼ਮ ਹੈ, ਉਹਦੇ 'ਚ ਸਾਰੇ ਸੰਤਾਂ ਮਹਾਂਪੁਰਸ਼ਾਂ ਦੀਆਂ ਪੱਟਾਂ ਦੀਆਂ ਔਰ ਅਲੱਗ-ਅਲੱਗ ਬਾਣੀਆਂ ਦਰਜ ਨੇ। ਭਗਤ ਰਵਿਦਾਸ ਜੀ ਦੀ ਗੱਲ ਕਰ ਲਓ, ਕਬੀਰ ਜੀ ਦੀ ਗੱਲ ਕਰ ਲਓ, ਕਈ ਨੇ ਕਿ ਜਿਹੜਾ ਜੇ ਤੁਸੀਂ ਜਾਤ ਦੇ ਹਿਸਾਬ ਨਾਲ ਕਰੋਗੇ ਤਾਂ ਫਿਰ ਤੁਸੀਂ ਕਿਵੇਂ ਉਹਨਾਂ ਨਾਲ ਵਰਤੋਗੇ। ਅਸੀਂ ਕੀ ਕੀਤਾ, ਅਸੀਂ ਉਹਨਾਂ ਦੀ ਬਾਣੀ ਦੇ ਉੱਤੇ ਅਮਲ ਕਰਨਾ ਚਾਹੀਦਾ ਸੀ। ਉੱਥੇ ਕਿਤੇ ਨਾ ਕਿਤੇ ਅਸੀਂ ਖਤਾ ਖਾ ਗਏ ਹਾਂ। ਔਰ ਮੈਂ ਅੱਜ ਵੀ ਕਹੂੰਗਾ ਕਿ ਸਾਰੇ ਜਿੰਨੇ ਵੀ ਇਸ ਸਾਡੇ ਵੀ ਧਰਮ ਨਾਲ ਜੁੜਦੇ ਨੇ ਜਾਂ ਜਿਹੜੇ ਇਸ ਚੀਜ਼ ਨੂੰ ਸਹੀ ਮੰਨਦੇ ਨੇ, ਉਹ ਜ਼ਰੂਰ ਪਰਮਾਤਮਾ ਦੀ ਬਾਣੀ ਦੇ ਨਾਲ ਜੁੜ ਕੇ, ਔਰ ਹਾਂ, ਕਈ ਬਹੁਤ ਚੰਗੇ ਬੰਦੇ ਹੈਗੇ ਨੇ ਜਿਹੜੇ ਗੁਰਸਿੱਖ ਨੇ, ਪੂਰਨ ਨੇ, ਉਹਨੂੰ ਗੱਲ ਨੂੰ ਸਮਝਦੇ ਆ। ਪਰ ਕਈ ਵਾਰੀ ਇਹ ਵੀ ਸਾਹਮਣੇ ਆਉਂਦਾ ਕਿ ਕਈ ਵਾਰੀ ਉਹ ਬੰਦੇ ਇਹਦੀ ਗੱਲ ਕਰਦੇ ਨੇ ਵੱਖਰੀ ਤਰ੍ਹਾਂ ਦੀ, ਕਿ ਜਿਹੜੇ ਬੰਦਿਆਂ ਦਾ ਤੁਸੀਂ ਚਿਹਰਾ ਮੋਹਰਾ ਵੀ ਵੇਖੋਗੇ ਕਿ ਪਹਿਲੀ ਗੱਲ ਤੇ ਆਪਣਾ ਆਪ ਤੇ ਠੀਕ ਹੋਣਾ ਚਾਹੀਦਾ ਨਾ। ਮੈਨੂੰ ਜੇ ਮੈਂ ਕਹੂੰਗਾ ਕਿ ਮੈਂ ਆਹ ਚੀਜ਼ ਹੋਣੀ ਚਾਹੀਦੀ ਤੇ ਮੈਨੂੰ ਤੇ ਆਪਣਾ ਆਪ ਸਾਫ਼ ਸੁਥਰਾ ਰੱਖਣਾ ਚਾਹੀਦਾ। ਹੁਣ ਇਹ ਚੀਜ਼ਾਂ ਕਈ ਵਾਰੀ ਏਜੰਸੀਆਂ ਕਰਾਉਂਦੀਆਂ ਨੇ। ਹੁਣ ਤੁਸੀਂ ਦੇਖੋ, ਕਈ ਇਹੋ ਜਿਹੇ ਮਤਲਬ ਉਸ ਸਮੇਂ ਦੇ ਵੱਡੇ ਅੱਤਵਾਦੀ ਹੁੰਦੇ ਸੀ ਜਿਹੜੇ ਬਾਹਰ ਵੀ ਵੱਸਦੇ ਸੀ, ਉਹ ਆਰਾਮ ਨਾਲ ਆ ਕੇ ਹੌਲੀ ਜੀ ਇੰਡੀਆ 'ਚ ਵੱਸ ਗਏ ਵਾਪਸ। ਇੱਕ ਉਹ ਰਾਸ਼ਟਰਪਤੀ ਚੌਹਾਨ ਇੱਕ ਹੁੰਦਾ ਸੀ, ਇੱਕ ਮੇਰਾ ਖਿਆਲ ਜਫਰਵਾਲ ਸੀ, ਬਚਨ ਸਿੰਘ, ਉਹ ਸਾਰੇ ਇੱਥੋਂ ਫੜੇ ਗਏ ਔਰ ਉਹ ਆਰਾਮ ਨਾਲ ਬੈਠੇ, ਕਿਸੇ ਨੇ ਕਦੀ ਨਾਂ ਲਿਆ। ਤੇ ਪਰ ਜਦੋਂ ਉਹ ਲਹਿਰ ਚੱਲਦੀ ਸੀ, ਉਦੋਂ ਕੋਈ ਬੰਦਾ ਨਾਂ ਲੈ ਕੇ ਵਿਖਾਵੇ, ਉਹ ਕਹਿੰਦੇ ਸੀ ਨਾ ਬਾਈ, ਇਹ ਸਾਡੇ ਸਰ ਤੋਂ ਉੱਚਮ ਹੈ। ਕਿਉਂਕਿ ਜਿਹੜਾ 21, 22, 23, 24 ਸਾਲ ਦੇ ਬੱਚੇ ਜਿਹੜੇ ਹੁੰਦੇ ਨਾ, ਉਹ ਭਾਵੁਕ ਹੋ ਜਾਂਦੇ ਆ। ਉਹ ਕਿਸੇ ਨਾ ਕਿਸੇ ਐਜੀਟੇਸ਼ਨ ਜਿੰਨੀਆਂ ਵੀ ਹੋਈਆਂ ਨੇ, ਅੱਜ ਇੱਥੇ ਇਕੱਲੀ ਇਹਦੀ ਨਾ ਗੱਲ ਕਰੋ, ਆਲ ਓਵਰ, ਚਾਹੇ ਸੀਰੀਆ ਆ, ਚਾਹੇ ਪਾਕਿਸਤਾਨ, ਅਫਗਾਨਿਸਤਾਨ 'ਚ ਜਿਹੜਾ ਮੁੱਖ ਅੱਗੇ ਜਾ ਕੇ ਲੜਦਾ, ਕਸਾਬ ਵਰਗੇ ਕਿੰਨੀ ਉਮਰ ਸੀ ਉਹਦੀ ਜਿਹੜਾ ਇੱਥੇ ਆਇਆ ਸੀ? 18, 20 ਸਾਲ ਸੀ। ਇਹੀ ਲੋਕ ਕਿਉਂਕਿ ਇਸ ਉਮਰ 'ਚ ਬੱਚਾ ਜਿਹੜਾ ਉਹ ਬੇਪਰਵਾਹ ਹੁੰਦਾ ਆਦਮੀ, ਕਦੀ ਵਿਆਹਿਆ, ਕਦੀ 35, 40 ਸਾਲ ਤੋਂ ਉੱਤੇ ਬਹੁਤ ਘੱਟ ਹੋਏਗਾ ਜਿਹੜਾ ਇਸ ਪੱਖ ਵੱਲ ਜਾਏਗਾ, ਕਿਉਂਕਿ ਉਹਨੂੰ ਪਰਿਵਾਰਾਂ ਦਾ ਹਰ ਚੀਜ਼ ਦਾ, ਉਹਨੂੰ ਦੁਨੀਆਦਾਰੀ ਦਾ ਪਤਾ ਲੱਗ ਜਾਂਦਾ। ਸੋ ਕਿਤੇ ਨਾ ਕਿਤੇ ਉਹ ਜਿਹੜੇ ਲੋਕ ਨੇ, ਜਾਂ ਸਾਡੇ, ਤੁਸੀਂ ਮੈਂ ਕਹਿ ਸਕਦਾ ਕਿ ਸਾਡੇ ਦੁਸ਼ਮਣ ਦੇਸ਼ ਦੇ ਵੀ ਨੇ,
ਉਹ ਕਿਤੇ ਨਾ ਕਿਤੇ ਇਹੀ ਜਿਹੀਆਂ ਏਜੰਸੀਆਂ ਰਾਹੀਂ ਵੀ ਕਰ ਜਾਂਦੇ ਨੇ। ਕਈ ਵਾਰੀ ਸਰਕਾਰ ਦੀ ਵੀ ਕਈ ਇਹੋ ਜਿਹੇ ਕੰਮ ਕਰਾ ਜਾਂਦੀ ਹੈ ਏਜੰਸੀਆਂ ਦੇ ਅੱਗੇ ਫਿੱਟ ਕਰਕੇ ਬੰਦਿਆਂ ਨੂੰ ਕਿ ਉਹ ਉਸ ਪੱਖ ਨੂੰ ਇੱਕ ਬੜੀ ਦੂਰ ਤੱਕ ਧਕੇਲ ਦਿੰਦੇ ਆ। ਹੁਣ ਦੇਖੋ ਨਾ, ਅਸੀਂ ਆ ਸੀਪੀਏ ਜਿੱਥੇ ਆਪਾਂ ਖੜੇ ਸਾਂ, ਅਸੀਂ 26 ਤੋਂ ਪਹਿਲਾਂ ਜਿੰਨੀ ਵਾਰੀ ਗਏ ਆ, ਕਰੋਨਾ ਦੇ ਵਿੱਚ ਇੰਨੀ ਸੇਵਾ ਕੀਤੀ ਹੈ, ਲੰਗਰਾਂ ਦੀ ਇੰਨੀ ਸੇਵਾ, ਟੁੱਟ ਸੇਵਾ ਵਰਤੀ ਹੈ ਕਿ ਕੋਈ ਗੱਲ ਕਰਨ ਵਾਲੀ ਨਹੀਂ। ਆ ਜਿੱਦਾਂ ਹੁਣ ਜਿਹੜਾ ਸਿੰਘੂ ਜਿਹੜਾ ਜਿੰਨਾ ਚਿਰ ਟਿੱਕਰੀ ਜਿਹੜੇ ਐਜੀਟੇਸ਼ਨ ਹੋਇਆ, ਬੜਾ ਸ਼ਾਂਤਮਈ ਐਜੀਟੇਸ਼ਨ, ਕਿਸੇ ਨੇ ਇੱਕ ਮੂੰਗਫਲੀ ਵੀ ਰੇੜੀ ਤੋਂ ਨਹੀਂ ਚੱਕੀ। ਇੱਕ ਚਾਹ ਪੀਣ ਵਾਲੇ ਜਿੱਥੋਂ ਚਾਹ ਪੀਂਦੇ ਸੀ ਜਾ ਕੇ ਆਪਣੇ ਮੁੰਡੇ, ਉੱਥੇ ਉਹਨੂੰ ਲੋੜ ਪਈ, ਉਹਨੂੰ 2-4 ਹਜ਼ਾਰ ਰੁਪਈਆ ਵੀ ਦੇ ਆਏ, ਉਹਨੂੰ ਦੱਸਿਆ ਨਹੀਂ ਵੀ ਕੌਣ ਦੇ ਗਿਆ। ਇਹੋ ਜਿਹੀ ਇੱਕ ਭਾਵਨਾ ਸਾਰੇ ਚਲੀ ਗਈ ਦੁਨੀਆ ਤੇ। ਔਰ ਲੋਕ, ਮੈਂ ਤੁਹਾਨੂੰ ਦੱਸਦਾ ਕਿ ਅਸੀਂ ਇੱਥੇ ਜਾਂਦੇ ਹਾਂ ਨਾ ਕਈ ਵਾਰੀ, ਸਾਨੂੰ ਉੱਦਾਂ ਨਹੀਂ ਕੋਈ ਗੱਲ ਅੱਜ, ਪਰ ਐਸ ਸਿੰਘੂ ਵਾਲੇ ਤੋਂ ਜਦੋਂ ਐਜੀਟੇਸ਼ਨ ਇੱਥੇ ਆਇਆ, ਲੋਕੀ ਸਾਡੇ ਨਾਲ ਸੈਲਫੀਆਂ ਲੈਂਦੇ ਸੀ। ਸਰਦਾਰ ਜੀ ਸੈਲਫੀ ਖਿਚਾ ਦਿਓ, ਸਰਦਾਰ ਜੀ ਗੱਲ ਸੁਣ ਲਓ, ਇੱਕ ਫੋਟੋ ਲੈਣੀ। ਇਸ ਕਰਕੇ ਨਹੀਂ ਕਿ ਮੈਂ ਮੈਂਬਰ ਪਾਰਲੀਮੈਂਟ, ਇਸ ਕਰਕੇ ਕਿ ਮੈਂ ਸਰਦਾਰ ਸੀ। ਪਰ ਜਿੱਦਣ ਦਾ 26 ਜਨਵਰੀ ਵਾਲਾ ਹੋਇਆ, ਉਦੋਂ ਦੇ ਸਾਰਾ ਕੁਝ ਹੀ ਚੇਂਜ ਹੋ ਗਿਆ। ਸੋ ਕਈ ਵਾਰੀ ਅਜਿਹੀਆਂ ਘਟਨਾ ਵਾਪਰ ਜਾਂਦੀਆਂ ਨੇ। ਇਹਦੇ ਨਾਲ ਹੁਣ ਨੁਕਸਾਨ ਵੇਖੋ, ਮੁੱਖ ਤੌਰ ਤੇ ਸਾਨੂੰ ਹੋਇਆ, ਪੰਜਾਬ ਨੂੰ ਹੋਇਆ, ਐਜੀਟੇਸ਼ਨ ਨੂੰ ਹੋਇਆ। ਫਾਇਦਾ ਕਿਹਨੂੰ ਹੋਇਆ? ਫਾਇਦਾ ਤਾਂ ਸਿੱਧੇ ਤੌਰ ਤੇ ਸਰਕਾਰ ਨੂੰ ਹੋਇਆ। ਅੱਜ ਐਜੀਟੇਸ਼ਨ ਜੇ ਐਜੀਟੇਸ਼ਨ ਕਮਜ਼ੋਰ ਹੋਇਆ ਤੇ ਫਾਇਦਾ ਸਿੱਧਾ ਸਰਕਾਰ ਨੂੰ ਗਿਆ, ਜਾਂ ਜਿਹੜੇ ਬਾਹਰ ਬੈਠੇ ਲੋਕ ਨੇ, ਕਿਉਂਕਿ ਉਹਨਾਂ ਨੂੰ ਇਹ ਹੋ ਗਿਆ ਕਿ ਸਾਨੂੰ ਵੀ ਹਿੰਦੁਸਤਾਨ ਦੇ ਵਿੱਚ ਦੋ ਪੱਖ ਵਿਖਾਏ ਗਏ ਵੀ ਇਹ ਤੇ ਐਜੀਟੇਸ਼ਨ ਇੱਕ ਸੀ। ਉਹਨਾਂ ਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਵੀ ਜੇ ਅਸੀਂ ਘਰ 'ਚ ਬਹਿ ਕੇ ਘਰ ਨਾਲ ਲੜਾਂਗੇ, ਬਾਹਰ ਵਾਲਾ ਦੁਸ਼ਮਣ ਤੇ ਤਾਂ ਹੀ ਖੁਸ਼ ਹੋਊਗਾ ਨਾ। ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ, ਜਿਹੜੇ ਮਨੁੱਖਤਾ ਨੂੰ ਪਿਆਰ ਕਰਦੇ ਆ, ਉਹ ਕਿਰਪਾ ਕਰਕੇ, ਅਸੀਂ ਬੜੇ ਵਧੀਆ, ਇੱਥੇ ਕੋਈ ਕਮੀ ਨਹੀਂ ਗੀ। ਸਾਡਾ ਪ੍ਰਧਾਨ ਮੰਤਰੀ ਇੱਥੇ ਬਣਿਆ ਡਾਕਟਰ ਮਨਮੋਹਨ ਸਿੰਘ ਜੀ, ਕੀ ਉਹ ਸਰਦਾਰ ਹੋਣ ਕਰਕੇ ਬਣੇ ਸੀ? ਤਾਂ ਉਹ ਲਾਇਕ ਸੀ ਇਹਦੇ। ਬੂਟਾ ਸਿੰਘ ਹੁਣੀ, ਗਿਆਨੀ ਜੈਲ ਸਿੰਘ ਹੁਣੀ, ਫੌਜਾਂ ਦੇ ਜਰਨੈਲ ਸਾਡੇ ਰਹੇ ਨੇ, ਮਤਲਬ ਬਹੁਤ ਉੱਚੇ ਅਹੁਦਿਆਂ ਤੇ ਅੱਜ ਵੀ ਹੈਗੇ ਨੇ। ਸੋ ਅੱਜ ਜੇ ਪੰਜਾਬ ਦੀ ਗੱਲ ਕਰੋ, ਹਨ ਸਾਡੇ ਦੇ IAS ਬੱਚੇ ਹੀ ਨਹੀਂ ਜਾਂਦੇ। ਅੱਜ ਸਾਰਾ ਵੇਖੋ, ਇਹ ਤਾਂ ਪੜ੍ਹਾਈ ਨਾਲ ਕੰਮ ਹੋਣਾ। ਜਿਹੜੇ ਬੰਨੇ ਆਪਾਂ ਨੂੰ ਤੁਰਨਾ ਚਾਹੀਦਾ ਉਹ ਪੱਖ ਆਪਾਂ ਛੱਡ ਗਏ। ਅੱਜ ਜਿੰਨੇ ਵੀ IAS IPS ਨੇ, ਮੋਸਟਲੀ ਬੱਚੇ ਜਿਹੜੇ ਨੇ ਉਹ ਸਾਊਥ ਚੋਂ ਜਾਂ ਸੈਂਟਰ ਚੋਂ ਜਾਂ ਦੂਜੀਆਂ ਸਟੇਟਾਂ ਦੇ ਵਿੱਚੋਂ ਆ ਕੇ ਹਿੰਦੁਸਤਾਨ ਦੇ ਭਾਰਤ ਦੇ ਮਤਲਬ ਉਹ ਬਣ ਰਹੇ ਨੇ। ਅਸੀਂ ਕਿਉਂ ਨਹੀਂ ਉਹਦੇ ਵੱਲ ਧਿਆਨ ਦਿੰਦੇ? ਸਾਨੂੰ ਮੈਕਸੀਮਮ ਤੇ ਉੱਥੇ ਆਉਣਾ ਚਾਹੀਦਾ ਜਿੱਥੇ ਪਾਲਿਸੀਆਂ ਬਣਨੀਆਂ ਨੇ। ਹੁਣ ਜਿਹੜਾ ਬੱਚਾ ਵੀ, ਜਾਂ ਅਸੀਂ ਕੋਈ ਜੇ ਅੰਮ੍ਰਿਤਸਰ ਤੋਂ ਮੈਂ ਆ, ਤੇ ਮੇਰਾ ਸਭ ਤੋਂ ਪਹਿਲਾਂ ਧਿਆਨ ਹੁੰਦਾ ਕਿ ਅੰਮ੍ਰਿਤਸਰ ਦਾ ਕੁਝ ਬੈਸਟ ਹੋ ਜੇ। ਜੇ ਕੋਈ ਅਫਸਰ ਬਣੂਗਾ ਉਹਦਾ ਵੀ ਧਿਆਨ ਹੋਣਾ ਵੀ ਯਾਰ ਮੇਰੇ ਕੋਲ ਇਲਾਕੇ ਦਾ ਬੈਸਟ ਹੋ ਜੇ। ਅੱਜ ਜਦੋਂ ਅਫਸਰ ਹੀ ਆਪਾਂ ਸਾਰੇ ਬਣਾਏ ਹੀ ਨਾ, ਆਪਾਂ ਉਸ ਪੱਖ ਤੇ ਗਏ ਹੀ ਨਾ, ਆਪਾਂ ਦੇ ਦੂਜੇ ਬੰਨੇ ਬੰਦੂਕਾਂ ਫੜਾਉਣ ਵਾਲੀਆਂ ਗੱਲਾਂ ਕਰਤੀਆਂ, ਆਪਾਂ ਲੜਾਈ ਵਾਲੀਆਂ ਗੱਲਾਂ ਕਰਤੀਆਂ, ਆਪਾਂ ਧੌਣਾ ਦੱਬਣ ਵਾਲੀਆਂ ਗੱਲਾਂ ਕਰਤੀਆਂ, ਦਿੱਲੀ ਜਿੱਤਣ ਵਾਲੀਆਂ ਗੱਲਾਂ ਕਰਤੀਆਂ। ਆਹ ਪੱਖ ਕਿਸੇ ਨੇ ਵੇਖਿਆ ਹੀ ਨਹੀਂ ਕਿ ਬੱਚੇ ਜਿਹੜੇ ਨੇ ਉਹਨਾਂ ਨੂੰ ਪੜ੍ਹਾ ਕੇ ਅਸੀਂ ਲਾਇਕ ਅਫਸਰ ਬਣਾਈਏ ਤੇ ਆਪਣਾ ਪੰਜਾਬ ਆਪੇ ਤਰੱਕੀ ਕਰੂਗਾ। ਅੱਜ ਵੀ ਪੰਜਾਬ ਜਿਹੜਾ ਆ ਦੂਜੇ ਸੂਬਿਆਂ ਨਾਲੋਂ ਚੰਗੀ ਰੋਟੀ ਖਾਂਦੇ ਆ। ਤੁਸੀਂ ਯੂਪੀ ਜਾ ਕੇ ਦੇਖ ਲਓ ਕੀ ਹਾਲਾਤ ਆ, ਬਿਹਾਰ 'ਚ ਜਾ ਕੇ ਦੇਖ ਲਓ, ਸਾਊਥ 'ਚ ਕਿਤੇ ਵੀ ਜਾ ਕੇ ਦੇਖ ਲਓ, ਚੰਦ ਮੈਟਰੋਪੋਲੀਟਨ ਸਿਟੀ ਨੂੰ ਛੱਡ ਕੇ ਬਾਕੀ ਦੇਖ ਲਓ ਕੀ ਹਾਲਾਤ ਆ ਉੱਥੇ। ਪੰਜਾਬ ਤੇ ਫਿਰ ਉਹਨਾਂ ਨੂੰ ਕਿਤੇ ਅਗਾਂਹ ਆ। ਅੱਜ ਜਿੰਨਾ ਟਰੈਕਟਰ ਪੰਜਾਬ 'ਚੋਂ ਨਿਕਲਿਆ, ਤੁਸੀਂ ਕਿਸੇ ਸੂਬੇ 'ਚੋਂ ਮੈਨੂੰ ਕੱਢ ਕੇ ਦਿਖਾ ਦਿਓ, ਜੇ ਹੋਏਗਾ ਵੀ ਤਾਂ ਮੈਕਸੀਮਮ ਟਰੈਕਟਰ ਉੱਥੇ ਪੰਜਾਬੀਆਂ ਕੋਲ ਹੋਣਗੇ ਜਿਨ੍ਹਾਂ ਦੇ ਕੰਮ ਸੈੱਟ ਨੇ। ਸੋ ਇਹ ਚੀਜ਼ਾਂ ਨੂੰ ਸਭਨਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ। ਉਹ ਅਸੀਂ ਇਕੱਠੇ ਆ, ਸਾਡਾ ਇੱਕ ਹਿੰਦੁਸਤਾਨ, ਸਾਡਾ ਪੰਜਾਬ ਸਾਡਾ ਜਿਹੜਾ ਭਾਰਤ ਆ, ਇੱਕ ਗੁਲਦਸਤਾ ਆ। ਅਸੀਂ ਉਸ ਗੁਲਦਸਤੇ ਦਾ ਇੱਕ ਫੁੱਲ ਅਸੀਂ ਵੀ ਆ। ਸੋ ਆਪਾਂ ਨੂੰ ਆਪਸ 'ਚ ਨਹੀਂ ਕੋਈ ਇਹੋ ਜਿਹੀ ਭੇਡ ਭਾਵਨਾ ਰੱਖਣੀ ਚਾਹੀਦੀ। ਤੇ ਜਿਨ੍ਹਾਂ ਦੇ ਕੋਈ ਏਜੰਡੇ ਨੇ ਉਹ ਕਿਰਪਾ ਕਰਕੇ ਇਹੋ ਜਿਹੇ ਕੰਮ ਨਾ ਕਰੋ। ਅਸੀਂ ਕਿਉਂਕਿ ਬਹੁਤ ਲੜਾਈਆਂ ਹੋਰਾਂ ਨਾਲ ਲੜਨਾ, ਅਸੀਂ ਭੁੱਖਮਰੀ ਨਾਲ ਲੜਦੇ ਆ। ਸਾਡਾ ਸਿਸਟਮ ਪੜ੍ਹਾਈ ਦਾ, ਐਜੂਕੇਸ਼ਨ ਸਿਸਟਮ ਠੀਕ ਨਹੀਂ ਗਾ, ਹੈਲਥ ਦਾ ਸਿਸਟਮ ਠੀਕ ਨਹੀਂ ਗਾ, ਉਹਨਾਂ ਨਾਲ ਧਿਆਨ ਦੇਣ ਦੀ ਸਾਨੂੰ ਜ਼ਿਆਦਾ ਲੋੜ ਆ ਬਜਾਏ ਕਿ ਇਹਨਾਂ ਦੇ। ਔਰ ਕਾਨੂੰਨ ਦੀ ਪਾਲਣਾ ਸਾਨੂੰ ਕਰਨੀ ਚਾਹੀਦੀ, ਜਿਹੜੀ ਕਿ ਅਸੀਂ ਕਰਕੇ ਰਾਜੀ ਨਹੀਂ। ਅਸੀਂ ਕੋਈ ਕਿੱਡਾ ਵੱਡਾ ਵੀ ਨੁਕਸਾਨ ਕੀਤਾ ਹੋਵੇ ਤਾਂ ਲੋਕ ਸਾਨੂੰ ਆਂਦੇ ਯਾਰ SHO ਨੂੰ ਕਹਿ ਕੇ ਸਾਨੂੰ ਛਡਾ ਦੇ, ਪੁਲਿਸ ਨੂੰ ਕਹਿ ਕੇ ਸਾਨੂੰ ਛਡਾ ਦੇ। ਲੜਾਈਆਂ ਝਗੜਿਆਂ ਤੱਕ ਸਾਨੂੰ ਜਿੰਨਾ ਚਿਰ ਅਸੀਂ ਕਾਨੂੰਨ ਆਪਣੇ ਹੱਕ ਵੀ ਤਾਂ ਹੀ ਲੈ ਪਾਵਾਂਗੇ ਜੇ ਅਸੀਂ ਕਿਸੇ ਨੂੰ ਕਿਸੇ ਦੇ ਹੱਕ ਦੇਵਾਂਗੇ, ਤੇ ਤਦ ਹੀ ਸਾਨੂੰ ਆਪਣੇ ਹੱਕ ਮਿਲਣਗੇ। ਜਦੋਂ ਅਸੀਂ ਕਿਸੇ ਦਾ ਹੱਕ ਮਾਰਾਂਗੇ, ਗੈਰ ਕਾਨੂੰਨੀ ਤੌਰ ਤੇ ਕਿਸੇ ਦਾ ਨੁਕਸਾਨ ਕਰਾਂਗੇ, ਤੇ ਫਿਰ ਸਾਡਾ ਵੀ ਹੋਊਗਾ। ਸੋ ਮੈਂ ਤੇ ਇਹੀ ਕਹੂੰਗਾ ਕਿ ਸਾਡਾ ਇਨਸੀਡੈਂਟ ਜਿਹੜਾ ਵੀ ਵਾਪਰਿਆ, ਮਾੜਾ ਵਾਪਰਿਆ, ਪਰ ਹੁਣ ਵੀ ਫਿਰ ਵੀ ਇਕੱਠੇ ਹੋ ਕੇ ਲੋਕ ਇਸ ਗੱਲ ਨੂੰ ਸਮਝਣ। ਇਸ ਐਜੀਟੇਸ਼ਨ ਨੂੰ ਜੇ ਆਪਾਂ ਅੱਗੇ ਲਿਜਾਣਾ ਆ ਤੇ ਸਾਨੂੰ ਬਹੁਤ ਮਤਲਬ ਜਿਹੜਾ ਕਿਸਾਨ ਆ ਉਹ 'ਚ ਜਿੰਨੇ ਵੀ ਜਾਤ ਧਰਮਾਂ ਨਾਲ ਸੰਬੰਧਿਤ ਆ, ਉਹਨਾਂ ਦੀ ਸਾਰਿਆਂ ਦੀ ਇੱਜ਼ਤ ਰੱਖਦੇ ਹੋਏ, ਉਹਨਾਂ ਸਭਨਾਂ ਦੇ ਨਾਲ ਤਾਲਮੇਲ ਬਣਾਉਂਦੇ ਹੋਏ ਇਹ ਐਜੀਟੇਸ਼ਨ ਵਿਸ਼ਾਲ ਕਰਨਾ ਪਊ, ਪੂਰੇ ਹਿੰਦੁਸਤਾਨ 'ਚ ਕਰਨਾ ਪਊ। ਅਸੀਂ ਗੁਰਜੀਤ ਔਜਲਾ ਜਿਹਨਾਂ ਨੇ ਆਪਣੇ ਕਈ ਗੱਲਾਂ ਕਹੀਆਂ, ਇਹਨੂੰ ਪੂਰੇ ਮਾਮਲੇ ਨੂੰ ਲੈ ਕੇ ਨਾ ਕਹਿਣਾ ਕਿ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਪਏਗਾ।
ਕਿਉਂਕਿ ਐਜੀਟੇਸ਼ਨ ਜਿਹੜਾ ਖਰਾਬ ਹੋਇਆ ਉਹਨੂੰ ਫਿਰ ਤੋਂ ਸਹੀ ਤਰੀਕੇ ਨਾਲ ਚੱਲਣਾ ਪਏਗਾ। ਦਿੱਲੀ ਤੋਂ ਕੈਮਰਾਮੈਨ ਲਕਸ਼ ਨਾਲ ਨਿਤਿਨ ਦੈਨਿਕ ਸਵੇਰਾ ਟੀਵੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठग्गां तो सावधान। स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान। फ्री 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 मियां रफीक मोहम्मद मोबाइल 84 374 94 647 84 374 94 648। बाबा सुल्तान बंगाली 21 बार गोल्ड मेडलिस्ट सारियां थावां तो निराश ते मायूस होने वाले एक बार फोन जरूर करो। जिवें चाहोगे उवें होएगा। इट्स माई प्रॉमिस इमीडिएटली रिजल्ट ओपन चैलेंज इल्मां दी माहिर A to Z समस्यावां दा फोन ते घर बैठे करवाओ हल। वशीकरण ते मुठकरनी लव मैरिज सौतन ते दुश्मन तो छुटकारा पक्का काम पक्का हल 101% दी गारंटी अस्टाम पेपर ते लिख के सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी चानबन जादू टोना मनमोड़ी वशीकरण करवाओ जा तुड़वाओ रुस्से नूं मनाना। फोन 95 603 92 450 95 603 92 451।